ਦੇਸ਼ ਦੀ ਸ਼ਾਨ ਵਧਾਉਣ ਵਾਲੇ ਸੜਕਾਂ 'ਚ ਧੱਕੇ ਖਾ ਰਹੇ ਨੇ। ਫੀਮੇਲ ਐਥਲੀਟ ਸੈਕਸ਼ੂਅਲੀ ਅਬਿਊਜ਼ ਕੀਤੀਆਂ ਜਾ ਰਹੀਆਂ ਨੇ ਤੇ ਆਵਾਜ਼ ਚੱਕਣ ਤੇ ਜਾਨੋਂ ਮਾਰਨ ਦੀ ਧਮਕੀਆਂ ਵੀ ਮਿਲ ਰਹੀਆਂ ਨੇ। ਇੰਡੀਆ ਦੇ ਟੌਪ ਰੈਸਲਰਸ ਇੱਕ ਬਹੁਤ ਹੀ ਪਾਵਰਫੁਲ ਬੰਦੇ ਦੇ ਅਗੇਂਸਟ ਖੜੇ ਨੇ। ਖਿਆਲ ਰੱਖਿਓ, ਇਹ ਕੋਈ ਆਮ ਔਰਤ ਨਹੀਂ ਹੈ। ਇਹ ਇੰਡੀਆ ਦੀ ਪਹਿਲੀ ਔਰਤ ਹੈ ਜਿਨੇ 2 골ਡ ਮੈਡਲ ਜਿੱਤੇ ਨੇ, ਇੱਕ ਕਾਮਨਵੈਲਥ ਗੇਮਸ 'ਚ ਤੇ ਦੂਜਾ ਏਸ਼ੀਅਨ ਗੇਮਸ ਦੇ ਵਿੱਚ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਵੀ ਕਮੈਂਟ ਕੀਤਾ, ਮਰਵਾ ਦਿਆ। ਬ੍ਰਿਜ ਭੂਸ਼ਣ ਤੇ ਇਹ ਵੀ ਆਰੋਪ ਨੇ ਕਿ ਇਹਨੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲ ਦਾਊਦ ਇਬਰਾਹਿਮ ਦੇ ਬੰਦਿਆਂ ਨੂੰ ਵੀ ਸ਼ੈਲਟਰ ਦਿੱਤੀ ਸੀਗੀ। ਯੂਪੀ 'ਚ ਇਹ ਕਿਹਾ ਜਾਂਦਾ ਹੈ ਕਿ ਬ੍ਰਿਜ ਭੂਸ਼ਣ ਨੂੰ ਪਾਰਟੀ ਦੀ ਲੋੜ ਨਹੀਂ, ਬਲਕਿ ਪਾਰਟੀ ਨੂੰ ਬ੍ਰਿਜ ਭੂਸ਼ਣ ਦੀ ਲੋੜ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ। ਹੋਰ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਰੈਸਲਰਸ ਪ੍ਰੋਟੈਸਟ ਬਾਰੇ। ਕੋਈ ਵੀ ਹੁਣ ਸਪੋਰਟਸ ਵਿੱਚ ਅੱਗੇ ਨਹੀਂ ਆਉਣਾ ਚਾਹੇਗਾ। ਦੇਸ਼ ਦੀ ਸ਼ਾਨ ਵਧਾਉਣ ਵਾਲੇ ਸੜਕਾਂ 'ਚ ਧੱਕੇ ਖਾ ਰਹੇ ਨੇ। ਫੀਮੇਲ ਐਥਲੀਟ ਸੈਕਸ਼ੂਅਲੀ ਅਬਿਊਜ਼ ਕੀਤੀਆਂ ਜਾ ਰਹੀਆਂ ਨੇ ਤੇ ਆਵਾਜ਼ ਚੱਕਣ ਤੇ ਜਾਨੋਂ ਮਾਰਨ ਦੀ ਧਮਕੀਆਂ ਵੀ ਮਿਲ ਰਹੀਆਂ ਨੇ। ਹੋ ਕੀ ਰਿਹਾ ਆ ਤੇ ਸਾਡੇ ਲਈ ਇਹ ਸਭ ਜਾਣਨਾ ਜ਼ਰੂਰੀ ਕਿਉਂ ਹੈ ਤੇ ਕਿਵੇਂ ਅਸੀਂ ਸਾਰੇ ਮਿਲ ਕੇ ਬਦਲਾਵ ਲਿਆ ਸਕਦੇ ਹਾਂ, ਜਾਣਦੇ ਹਾਂ ਇਸ ਵੀਡੀਓ ਤੇ। ਸਾਡੀ ਇਹ ਕੋਸ਼ਿਸ਼ ਹੈ ਕਿ ਕੰਪਲੈਕਸ ਇਸ਼ੂਜ਼ ਨੂੰ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਸਕੇ ਤੇ ਸਾਡੀ ਕਮਿਊਨਿਟੀ ਨੂੰ ਇੱਕ ਵਧੀਆ ਸੇਧ ਮਿਲ ਸਕੇ। ਸਾਡੀ ਇਸ ਕੋਸ਼ਿਸ਼ 'ਚ ਸਹਿਯੋਗ ਪਾਉਣ ਲਈ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਵੀਡੀਓ ਦੇ ਐਂਡ ਤੱਕ ਬਣੇ ਰਹਿ ਸਕਦੇ ਹੋ। ਇਸ ਸਬਸਕ੍ਰਾਈਬ ਦੇ ਬਟਨ ਤੁਹਾਡੇ ਲਈ ਤਾਂ ਮੁਫਤ ਨੇ, ਪਰ ਸਾਡੀ ਬਹੁਤ ਜ਼ਿਆਦਾ ਮਦਦ ਕਰ ਸਕਦੇ ਨੇ। ਇੰਡੀਆ ਦੇ ਟੌਪ ਰੈਸਲਰਸ ਇੱਕ ਬਹੁਤ ਹੀ ਪਾਵਰਫੁਲ ਬੰਦੇ ਦੇ ਅਗੇਂਸਟ ਖੜੇ ਨੇ। ਕੌਣ ਨੇ ਇਹ ਟੌਪ ਰੈਸਲਰਸ ਤੇ ਕੌਣ ਹੈ ਪਾਵਰਫੁਲ ਬੰਦਾ, ਆਓ ਜਾਣਦੇ ਹਾਂ। ਇੰਡੀਆ ਦੇ ਕੁਝ ਟੌਪ ਰੈਸਲਰਸ ਇਸ ਪ੍ਰੋਟੈਸਟ ਦਾ ਫੇਸ ਨੇ। ਇਹਨਾਂ ਵਿੱਚੋਂ ਪਹਿਲੇ ਨੰਬਰ ਤੇ ਆਉਂਦੇ ਨੇ ਵਿਨੇਸ਼ ਫੋਗਾਟ। ਖਿਆਲ ਰੱਖਿਓ, ਇਹ ਕੋਈ ਆਮ ਔਰਤ ਨਹੀਂ ਹੈ। ਇਹ ਇੰਡੀਆ ਦੀ ਪਹਿਲੀ ਔਰਤ ਹੈ ਜਿਨੇ 2 골ਡ ਮੈਡਲ ਜਿੱਤੇ ਨੇ, ਇੱਕ ਕਾਮਨਵੈਲਥ ਗੇਮਸ 'ਚ ਤੇ ਦੂਜਾ ਏਸ਼ੀਅਨ ਗੇਮਸ ਦੇ ਵਿੱਚ। ਵਿਨੇਸ਼ ਫੋਗਾਟ ਦੇ ਪਿਤਾ ਜੀ ਰਾਜਪਾਲ ਫੋਗਾਟ ਵੀ ਇੱਕ ਪ੍ਰੋਫੈਸ਼ਨਲ ਰੈਸਲਰ ਰਹੇ ਨੇ, ਔਰ ਵਿਨੇਸ਼ ਗੀਤਾ ਬਬੀਤਾ ਫੋਗਾਟ ਦੇ ਕਜ਼ਨ ਵੀ ਨੇ, ਜਿਨ੍ਹਾਂ ਦੇ ਉੱਤੇ ਆਮਿਰ ਖਾਨ ਨੇ ਦੰਗਲ ਮੂਵੀ ਵੀ ਬਣਾਈ ਸੀਗੀ। ਵਿਨੇਸ਼ ਫੋਗਾਟ ਦਾ ਸਾਥ ਦੇ ਰਹੇ ਨੇ ਸਾਕਸ਼ੀ ਮਲਿਕ, ਜੋ ਕਿ ਪਹਿਲੀ ਇੰਡੀਅਨ ਫੀਮੇਲ ਐਥਲੀਟ ਹੈ ਜਿਨ੍ਹਾਂ ਨੇ 올림픽ਸ 'ਚ 골ਡ ਮੈਡਲ ਜਿੱਤੇ ਸੀ ਰੈਸਲਿੰਗ ਦੇ ਵਿੱਚ। ਤੇ ਇਹਨਾਂ ਨੂੰ ਸਾਥ ਮਿਲ ਰਿਹਾ ਮੇਲ ਐਥਲੀਟ ਬਜਰੰਗ ਪੁਨੀਆ ਦਾ, ਜੋ ਕਿ ਓਨਲੀ ਰੈਸਲਰ ਨੇ ਜਿਨ੍ਹਾਂ ਨੇ 4 ਮੈਡਲ ਜਿੱਤੇ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ। ਇਹ ਤਾਂ ਹੋਏ ਰੈਸਲਰਸ ਪ੍ਰੋਟੈਸਟ ਦੇ ਮੇਨ ਫੇਸ, ਪਰ ਇਹਨਾਂ ਦੇ ਨਾਲ ਹੋਰ ਕਈ ਰੈਸਲਰਸ ਜੁੜੇ ਹੋਏ ਨੇ ਤੇ ਪ੍ਰੋਟੈਸਟ ਵੀ ਕਰ ਰਹੇ ਨੇ। ਆਖਿਰ ਇਸ ਰੈਸਲਰਸ ਪ੍ਰੋਟੈਸਟ ਦਾ ਕਾਰਨ ਕੀ ਹੈ? ਵਿਨੇਸ਼ ਦੇ ਨਾਲ ਹੋਰ 6 ਰੈਸਲਰਸ ਨੇ, ਜਿਨ੍ਹਾਂ ਵਿੱਚ ਇੱਕ ਮਾਈਨਰ ਵੀ ਹੈ। ਇਹਨਾਂ ਨੇ ਕੰਪਲੇਨ ਦਰਜ ਕੀਤੀ ਹੈ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਤੇ ਹਰਾਸ ਕਰਦੇ ਰਹੇ ਨੇ। ਕੌਣ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ? ਯੂਪੀ ਦਾ ਮਸ਼ਹੂਰ ਬਾਹੂਬਲੀ, ਜੋ ਕਿ ਗੋਂਡਾ ਕਨਸਟੀਟੂਐਂਸੀ ਤੋਂ 6 ਵਾਰ MP ਬਣ ਚੁੱਕਿਆ ਹੈ। ਕੋਈ ਵੀ ਸਟਰੋਂਗ ਆਪੋਜੀਸ਼ਨ ਇਸ ਬੰਦੇ ਦੇ ਸਾਹਮਣੇ ਖੜਾ ਹੋ ਜਾਵੇ ਤੇ ਅਚਾਨਕ ਹੀ ਉਹਦੀ ਮੌਤ ਹੋ ਜਾਂਦੀ ਹੈ। ਇਸ ਗੱਲ ਦਾ ਸਬੂਤ 2004 ਦੇ ਇਲੈਕਸ਼ਨਸ ਤੋਂ ਪਤਾ ਲੱਗਦਾ ਹੈ, ਜਦੋਂ ਘਨਸ਼ਿਆਮ ਸ਼ੁਕਲਾ ਇਹਦੇ ਅਗੇਂਸਟ ਖੜਾ ਹੁੰਦਾ ਹੈ ਤੇ ਅਚਾਨਕ ਹੀ ਉਹਦੇ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਹੈ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਵੀ ਕਮੈਂਟ ਕੀਤਾ, ਮਰਵਾ ਦਿਆ। 2004 ਦੇ ਵਿੱਚ ਬ੍ਰਿਜ ਭੂਸ਼ਣ ਦੇ 22 ਸਾਲ ਦੇ ਮੁੰਡੇ ਨੇ ਸੁਸਾਈਡ ਕਰ ਲਿਆ ਤੇ ਸੁਸਾਈਡ ਨੋਟ ਦੇ ਵਿੱਚ ਉਹਦਾ ਇਲਜ਼ਾਮ ਬ੍ਰਿਜ ਭੂਸ਼ਣ ਤੇ ਲਗਾਇਆ। ਬ੍ਰਿਜ ਭੂਸ਼ਣ ਤੇ ਇਹ ਵੀ ਆਰੋਪ ਨੇ ਕਿ ਇਹਨੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲ ਦਾਊਦ ਇਬਰਾਹਿਮ ਦੇ ਬੰਦਿਆਂ ਨੂੰ ਵੀ ਸ਼ੈਲਟਰ ਦਿੱਤੀ ਸੀਗੀ ਤੇ ਇਹਦੇ ਉੱਤੇ ਟੈਰਰਿਜ਼ਮ ਦਾ ਇੱਕ ਐਕਟ, ਜਿਹਨੂੰ ਟਾਡਾ ਐਕਟ ਕਹਿੰਦੇ ਆ, ਉਹ ਵੀ ਲੱਗਿਆ ਸੀਗਾ। ਬਾਬਰੀ ਮਸਜਿਦ ਦਾ ਡੈਮੋਲੀਸ਼ਨ 'ਚ ਵੀ ਇਹਦਾ ਬਹੁਤ ਵੱਡਾ ਰੋਲ ਸੀਗਾ। ਯੂਪੀ 'ਚ ਇਹ ਕਿਹਾ ਜਾਂਦਾ ਹੈ ਕਿ ਬ੍ਰਿਜ ਭੂਸ਼ਣ ਨੂੰ ਪਾਰਟੀ ਦੀ ਲੋੜ ਨਹੀਂ, ਬਲਕਿ ਪਾਰਟੀ ਨੂੰ ਬ੍ਰਿਜ ਭੂਸ਼ਣ ਦੀ ਲੋੜ ਆ। ਇਸ ਗੱਲ ਦਾ ਸਬੂਤ 2008 ਦੇ ਇਲੈਕਸ਼ਨਸ ਤੋਂ ਪਤਾ ਲੱਗ ਜਾਂਦਾ ਹੈ, ਜਦੋਂ ਕਿਸੇ ਕਾਰਨ BJP ਨੇ ਬ੍ਰਿਜ ਭੂਸ਼ਣ ਨੂੰ ਐਕਸਪੈਲ ਕਰ ਦਿੱਤਾ ਹੁੰਦਾ ਪਾਰਟੀ 'ਚੋਂ ਤੇ ਸਮਾਜਵਾਦੀ ਪਾਰਟੀ ਜਾ ਕੇ ਜੁਆਇਨ ਕਰ ਲੈਂਦਾ, ਪਰ ਫਿਰ ਵੀ ਇਹ ਇਲੈਕਸ਼ਨਸ ਜਿੱਤ ਜਾਂਦਾ ਆ। ਹੋਰ ਇਹਦੇ ਤੋਂ 6 ਸਾਲ ਬਾਅਦ BJP ਨੂੰ ਰੀਹਾਇਰ ਕਰ ਲੈਂਦੀ ਹੈ। ਤੇ ਹੁਣ ਜਿਵੇਂ ਅਸੀਂ ਜਾਣਦੇ ਹਾਂ, ਰੈਸਲਰਸ ਪ੍ਰੋਟੈਸਟ ਦੇ ਦੁਆਰਾ ਕਿ ਨਾਬਾਲਿਗ ਤੇ ਐਡਲਟ ਰੈਸਲਰਸ ਨੂੰ ਸੈਕਸ਼ੂਅਲੀ ਹਰਾਸ ਤੇ ਅਬਿਊਜ਼ ਵੀ ਕਰਦਾ ਰਿਹਾ ਆ ਤੇ ਇਹਦੇ ਉੱਤੇ ਹੁਣ ਫਿਲਹਾਲ ਕੇਸ ਵੀ ਚੱਲ ਰਹੇ ਨੇ, ਜਿਹਦੇ ਬਾਰੇ ਇਸ ਵੀਡੀਓ 'ਚ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ। ਇੰਨੀ ਤਾਰੀਫ ਤੇ ਤੁਸੀਂ ਬ੍ਰਿਜ ਭੂਸ਼ਣ ਦੀ ਸੋਹਣੀ ਲਈ ਆ। ਹੁਣ ਗੱਲ ਕਰਦੇ ਆ ਅਸਲੀ ਮਸਲੇ ਬਾਰੇ। ਫੀਮੇਲ ਐਥਲੀਟਸ ਦੇ ਆਰੋਪ ਨੇ ਕਿ ਬ੍ਰਿਜ ਭੂਸ਼ਣ ਉਹਨਾਂ ਦੀ ਬਰੀਥਿੰਗ ਚੈੱਕ ਕਰਨ ਦੇ ਬਹਾਨੇ ਗਲਤ ਜਗ੍ਹਾ ਤੇ ਹੱਥ ਫੇਰਦਾ ਸੀਗਾ ਤੇ ਪਹਿਲਵਾਨਾਂ ਵਾਂਗੂ ਨਾਲ ਲਿਪਟਣ ਦੀ ਕੋਸ਼ਿਸ਼ ਵੀ ਕਰਦਾ ਸੀਗਾ। ਹੋਰ ਜਦ ਗੱਲ ਨਾ ਬਣੇ, ਸੈਕਸ ਲਈ ਇਹ ਤਰੱਕੀ ਵੀ ਆਫਰ ਕਰਦਾ ਸੀਗਾ। ਵਿਨੇਸ਼ ਤੇ ਬਾਕੀ ਫੀਮੇਲ ਐਥਲੀਟਸ ਦਾ ਇਹ ਕਹਿਣਾ ਹੈ, ਇਹ ਸਿਲਸਿਲਾ ਕਾਫੀ ਸਾਲਾਂ ਤੋਂ ਚੱਲ ਰਿਹਾ, ਪਰ ਹੁਣ ਇਹਦੀ ਲਿਮਿਟ ਬਹੁਤ ਜ਼ਿਆਦਾ ਕ੍ਰੋਸ ਹੋ ਚੁੱਕੀ ਸੀਗੀ। ਵਿਨੇਸ਼ ਦਾ ਕਹਿਣਾ ਆ, ਉਹ ਇੱਥੇ ਤੱਕ ਪਰੇਸ਼ਾਨ ਹੋ ਗਈ ਸੀਗੀ ਕਿ ਉਹਨੇ ਸੁਸਾਈਡ ਤੱਕ ਦਾ ਸੋਚ ਲਿਆ ਸੀਗਾ। ਹੋਰ ਅੱਜ ਤੋਂ 2 ਸਾਲ ਪਹਿਲਾਂ ਵਿਨੇਸ਼ ਨੇ ਇਸ ਸਾਰੇ ਸਿਲਸਿਲੇ ਵਾਲੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਦੱਸਿਆ ਸੀਗਾ, ਜਿਹਦੇ ਮਗਰੋਂ ਨਰਿੰਦਰ ਮੋਦੀ ਨੇ ਇਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਉਹ ਇਸ ਮਾਮਲੇ ਦੇ ਵਿੱਚ ਗੌਰ ਕਰਨਗੇ, ਪਰ ਅੱਜ ਤੱਕ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਆਈ। ਇੰਨੇ ਜ਼ਿਆਦਾ ਵੋਕਲ ਹੋਣ ਤੋਂ ਬਾਅਦ WFI ਦੇ ਅਫੀਸ਼ੀਅਲਸ, ਜਿਹੜੇ ਬ੍ਰਿਜ ਭੂਸ਼ਣ ਦੇ ਬਹੁਤ ਕਲੋਜ਼ ਨੇ, ਉਹਨਾਂ ਨੇ ਜਾਨੋਂ ਮਾਰਨ ਦੀ ਧਮਕੀਆਂ ਵੀ ਇਹਨਾਂ ਰੈਸਲਰਸ ਨੂੰ ਦਿੱਤੀਆਂ ਨੇ। ਪਰ ਜੇ ਅਸੀਂ ਬ੍ਰਿਜ ਭੂਸ਼ਣ ਦੀ ਸੁਣੀਏ, ਉਹਨੇ ਇਸ ਸਾਰੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਆ ਤੇ ਉਹਨੇ ਇਹ ਕਿਹਾ ਜੇ ਇਹ ਪ੍ਰੂਵ ਹੋ ਜਾਂਦਾ ਹੈ ਕਿ ਉਹਨੇ ਇਹ ਸਭ ਕੀਤਾ ਆ ਤਾਂ ਉਹ ਆਪਣੇ ਆਪ ਨੂੰ ਫਾਂਸੀ ਦੀ ਸਜ਼ਾ ਦੇਵੇਗਾ।
ਪਰ ਰੈਸਲਰਸ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਹੈ, ਜਿਹਦੇ ਚੱਲਦੇ ਇਹਨਾਂ ਨੇ ਜਨਵਰੀ 'ਚ ਜੰਤਰ ਮੰਤਰ ਦੇ ਬਾਹਰ ਧਰਨਾ ਲਾਇਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿਵੇਂ ਦੇਸ਼ ਦੀਆਂ ਧੀਆਂ ਨਾਲ ਘਿਨੌਣੇ ਕੰਮ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਇਹ ਚਰਚਾ ਬਹੁਤ ਜ਼ਿਆਦਾ ਲਾਈਮਲਾਈਟ 'ਚ ਆ ਜਾਂਦੀ ਹੈ, ਇਹਨਾਂ ਸਭ ਕੁਝ ਦੇਖਦੇ ਸੈਂਟਰਲ ਗਵਰਨਮੈਂਟ ਨੇ ਇੱਕ ਕਮੇਟੀ ਬਣਾਉਣ ਦੀ ਅਸ਼ੋਰੈਂਸ ਦਿੱਤੀ ਜੋ ਇਹਨਾਂ ਸਾਰੇ ਐਲੀਗੇਸ਼ਨਸ ਦੇ ਉੱਤੇ ਕੰਮ ਕਰੇਗੀ, ਜਿਹਦੇ ਕਰਕੇ ਇੰਡੀਅਨ 올림픽ਸ ਐਸੋਸੀਏਸ਼ਨ ਕਿਕ ਇਨ ਕਰਦੀ ਹੈ ਤੇ ਇੱਕ 7 ਮੈਂਬਰਾਂ ਦੀ ਕਮੇਟੀ ਫਾਰਮ ਕਰਦੀ, ਜਿਹਨੂੰ ਲੀਡ ਕਰਦੇ ਨੇ 2012 ਦੇ 올림픽 ਬਾਕਸਿੰਗ 골ਡ ਮੈਡਲਿਸਟ ਮੈਰੀ ਕੋਮ। ਔਰ ਇਹਦੇ ਤੋਂ ਇੱਕ ਦਿਨ ਬਾਅਦ ਸਪੋਰਟਸ ਮਿਨਿਸਟਰ ਅਨੁਰਾਗ ਠਾਕੁਰ ਐਲਾਨ ਕਰਦੇ ਨੇ ਕਿ ਇੱਕ ਓਵਰਸਾਈਟ ਕਮੇਟੀ ਬਿਲਡ ਹੋਏਗੀ ਜੋ ਇਹ ਐਲੀਗੇਸ਼ਨਸ ਤੇ ਜਾਂਚ ਕਰੇਗੀ। ਔਰ ਜਦੋਂ ਤੱਕ ਇਸ ਕੇਸ ਦੀ ਜਾਂਚ ਕੰਪਲੀਟ ਨਹੀਂ ਹੋ ਜਾਂਦੀ, ਬ੍ਰਿਜ ਭੂਸ਼ਣ WFI ਦੇ ਪ੍ਰੈਜ਼ੀਡੈਂਟ ਨਹੀਂ ਰਹਿਣਗੇ। ਔਰ ਇਸ ਓਵਰਸਾਈਟ ਕਮੇਟੀ ਨੂੰ ਲੀਡ ਕਰਦੀ ਹੈ ਬਬੀਤਾ ਫੋਗਾਟ, ਜੋ ਕਿ ਇੱਕ ਫਾਰਮਰ ਫੀਮੇਲ ਰੈਸਲਰ ਵੀ ਨੇ ਤੇ ਵਿਨੇਸ਼ ਫੋਗਾਟ ਦੀ ਕਜ਼ਨ ਵੀ ਨੇ। ਰੈਸਲਰਸ ਨੂੰ ਐਸ਼ੋਰੈਂਸ ਦਿਖਾ ਕੇ ਪ੍ਰੋਟੈਸਟ ਰੋਕ ਦਿੱਤਾ ਜਾਂਦਾ ਆ, ਪਰ ਇਹਨਾਂ ਦਾ ਇਹ ਪੇਸ਼ੈਂਸ ਸਿਰਫ 3 ਮਹੀਨਿਆਂ ਤੱਕ ਹੀ ਬਰਕਰਾਰ ਰਹਿੰਦਾ ਹੈ, ਕਿਉਂਕਿ ਇਹਨਾਂ ਦੋਨੋਂ ਕਮੇਟੀਆਂ ਦੇ ਰਿਜ਼ਲਟਸ ਜਦੋਂ ਸਪੋਰਟਸ ਮਿਨਿਸਟਰ ਨੂੰ ਸਬਮਿਟ ਕੀਤੇ ਜਾਂਦੇ ਨੇ, ਇਹ ਪਬਲਿਕ ਨਹੀਂ ਕੀਤੇ ਜਾਂਦੇ। ਔਰ ਇਹਨਾਂ ਦੇ ਜੋ ਰਿਜ਼ਲਟਸ ਨੇ, ਫੀਮੇਲ ਐਥਲੀਟਸ ਨੂੰ ਇਹ ਲੱਗਦਾ ਹੈ ਕਿ ਇਹ ਬਾਇਸਡ ਰਿਜ਼ਲਟਸ ਨੇ ਔਰ ਜੋ ਕਿ ਬ੍ਰਿਜ ਭੂਸ਼ਣ ਨੂੰ ਹੀ ਫੇਵਰ ਕਰ ਰਹੇ ਨੇ, ਜਿਹਦੇ ਕਰਕੇ ਪ੍ਰੋਟੈਸਟਿੰਗ ਰੈਸਲਰਸ ਵਾਪਸ ਧਰਨਾ ਲਾਉਂਦੇ ਨੇ ਤੇ ਆਪਣੀ ਫਰਸਟ੍ਰੇਸ਼ਨ ਜ਼ਾਹਿਰ ਕਰਦੇ ਨੇ। ਪਰ ਇਸ ਵਾਰ ਇਹ ਧਰਨਾ ਨਵੀਂ ਪਾਰਲੀਮੈਂਟ ਦੇ ਬਾਹਰ ਲੱਗਦਾ ਆ ਤੇ ਉਸੇ ਦਿਨ ਲੱਗਦਾ ਆ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਇਨੋਗ੍ਰੇਸ਼ਨ ਕਰਨਾ ਹੁੰਦਾ ਆ। ਪਰ ਇਹ ਨਵੇਂ ਪਾਰਲੀਮੈਂਟ ਦੀ ਬਿਲਡਿੰਗ ਇੰਨੀ ਸਾਊਂਡ ਪ੍ਰੂਫ ਆ ਕਿ ਰੈਸਲਰਸ ਦੀ ਚੀਕਾਂ ਪ੍ਰਧਾਨ ਮੰਤਰੀ ਮੋਦੀ ਤੱਕ ਨਹੀਂ ਪਹੁੰਚ ਪਾਉਂਦੀਆਂ ਨੇ। ਇਹ ਦੇਖ ਕੇ ਕਈਆਂ ਨੂੰ ਬੜਾ ਦੁੱਖ ਹੋ ਰਿਹਾ ਹੁੰਦਾ ਆ। ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਪੁਜਾਰੀਆਂ ਤੋਂ ਆਸ਼ੀਰਵਾਦ ਲੈ ਰਹੇ ਹੁੰਦੇ ਨੇ ਇਸ ਨਵੀਂ ਬਿਲਡਿੰਗ ਦੀ ਇਨੋਗ੍ਰੇਸ਼ਨ ਦੇ ਸਮੇਂ, ਤੇ ਦੂਜੇ ਪਾਸੇ ਸਾਡੀ ਦੇਸ਼ ਦੀਆਂ ਧੀਆਂ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਆ, ਉਹਨਾਂ ਨੂੰ ਮੈਨ ਹੈਂਡਲ ਕੀਤਾ ਜਾ ਰਿਹਾ ਹੁੰਦਾ ਹੈ ਪੁਲਿਸ ਵੱਲੋਂ। ਇੰਨਾ ਕੁਝ ਦੇਖਣ ਤੋਂ ਬਾਅਦ ਜਦੋਂ ਕੋਈ ਰਾਹ ਨਹੀਂ ਲੱਭਦਾ, ਰੈਸਲਰਸ ਇਹ ਡਿਸਾਈਡ ਕਰਦੇ ਨੇ ਕਿ ਉਹ ਹਰਿਦੁਆਰ ਜਾ ਕੇ ਪਵਿੱਤਰ ਗੰਗਾ ਨਦੀ ਦੇ ਵਿੱਚ ਆਪਣੇ ਮੈਡਲਸ ਜਲ ਪ੍ਰਵਾਹ ਕਰ ਦੇਣਗੇ। ਪਰ ਕਿਸਾਨਾਂ ਦੇ ਲੀਡਰ ਨਰੇਸ਼ ਟਿਕੈਤ ਦੇ ਸਮਝਾਉਣ ਤੋਂ ਬਾਅਦ ਐਸਾ ਕਰਨ ਤੋਂ ਪਿੱਛੇ ਹਟ ਜਾਂਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਨਰੇਸ਼ ਟਿਕੈਤ ਇੱਕ ਬਹੁਤ ਵੱਡੀ ਹਸਤੀ ਹੈ ਤੇ ਇਹਨਾਂ ਦੇ ਭਰਾ ਰਾਕੇਸ਼ ਟਿਕੈਤ ਦਾ ਵੀ ਬਹੁਤ ਵੱਡਾ ਰੋਲ ਸੀਗਾ ਫਾਰਮਰਸ ਪ੍ਰੋਟੈਸਟ ਦੇ ਵਿੱਚ। ਔਰ ਇਹਨਾਂ ਦੇ ਫਾਦਰ ਸਾਹਿਬ ਮਹਿੰਦਰ ਸਿੰਘ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਸੀਗੇ। ਔਰ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੇ ਇਹਨਾਂ ਨੇ ਇੱਕ ਪ੍ਰੋਟੈਸਟ ਦੁਆਰਾ ਉਹਨਾਂ ਦੇ ਗੋਡੇ ਥੱਲੇ ਲਵਾਤੇ ਸੀਗੇ। ਗਵਰਨਮੈਂਟ ਤੇ ਕਈ ਲੀਡਰਸ ਦੇ ਆਸ਼ਵਾਸਨ ਤੋਂ ਬਾਅਦ ਰੈਸਲਰਸ ਇਹ ਡਿਸਾਈਡ ਕਰਦੇ ਨੇ ਕਿ ਉਹਨਾਂ ਨੇ ਆਪਣੇ ਆਉਣ ਵਾਲੇ ਟੂਰਨਾਮੈਂਟਸ ਦੀ ਤਿਆਰੀ 'ਚ ਜੁਟ ਜਾਣਾ ਆ ਤੇ ਵਾਪਸ ਦੇਸ਼ ਦਾ ਨਾਮ ਰੋਸ਼ਨ ਕਰਨਾ ਆ। ਪਰ ਉਹਨਾਂ ਨੇ ਕੁਝ ਡਿਮਾਂਡਸ ਰੱਖੀਆਂ ਨੇ ਗਵਰਨਮੈਂਟ ਦੇ ਅੱਗੇ, ਜਿਹਦੇ ਵਿੱਚ ਸਭ ਤੋਂ ਪਹਿਲੀ ਡਿਮਾਂਡ ਹੈ ਕਿ ਬ੍ਰਿਜ ਭੂਸ਼ਣ ਅਰੈਸਟ ਹੋਣਾ ਚਾਹੀਦਾ ਆ। ਇੰਨੇ ਵੱਡੇ ਆਰੋਪ ਲੱਗਣ ਤੋਂ ਬਾਅਦ ਉਹ ਹਲੇ ਤੱਕ ਅਰੈਸਟ ਨਹੀਂ ਹੋਇਆ। ਦੂਜੀ ਡਿਮਾਂਡ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਿਹੜੇ ਇਲੈਕਸ਼ਨਸ ਹੋਣਗੇ ਉਹ ਬਹੁਤ ਹੀ ਫੇਅਰ ਤਰੀਕੇ ਨਾਲ ਹੋਣੇ ਚਾਹੀਦੇ ਆ ਔਰ ਮੇਕ ਸ਼ੋਰ ਕਰਨਾ ਚਾਹੀਦਾ ਇੱਦਾਂ ਦੇ ਕਰਪਟਡ ਲੋਕ ਅੱਗੇ ਨਾ ਆ ਸਕਣ। ਤੀਜਾ ਪੁਆਇੰਟ ਸਮਝਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇੰਡੀਆ ਦਾ ਇੱਕ ਰੂਲ ਆ, ਜਿੱਥੇ ਵੀ 10 ਤੋਂ ਜ਼ਿਆਦਾ ਬੰਦੇ ਕੰਮ ਕਰਦੇ ਹੋਣ ਉਹਨਾਂ ਦੇ ਵਿੱਚ ਇੱਕ ਇੰਟਰਨਲ ਕਮੇਟੀ ਹੋਣੀ ਚਾਹੀਦੀ ਹੈ। ਪਰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਕੋਈ ਵੀ ਇੰਟਰਨਲ ਕੰਪਲੇਂਟਸ ਕਮੇਟੀ ਨਹੀਂ ਹੁੰਦੀ ਆ। ਔਰ ਤੀਜੀ ਕੰਪਲੇਂਟ ਇਹੀ ਕਹਿੰਦੀ ਆ ਕਿ ਜਿਹੜੀ ਇੰਟਰਨਲ ਕੰਪਲੇਂਟ ਕਮੇਟੀ ਆ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ, ਇੱਕ ਵਿਮਨ ਲੀਡ ਕਰੇ। ਚੌਥੀ ਡਿਮਾਂਡ ਇਹ ਹੈ ਕਿ ਬ੍ਰਿਜ ਭੂਸ਼ਣ ਜਾਂ ਉਹਨਾਂ ਦਾ ਕੋਈ ਵੀ ਫੈਮਿਲੀ ਮੈਂਬਰ ਇਹਨਾਂ ਇਲੈਕਸ਼ਨਸ 'ਚ ਕੰਟੈਸਟ ਨਾ ਕਰ ਸਕੇ, ਕਿਉਂਕਿ ਬ੍ਰਿਜ ਭੂਸ਼ਣ ਨੇ ਪਲਾਨ ਕਰ ਰਿਹਾ ਸੀਗਾ ਕਿ ਉਹਦੇ ਬੇਟੇ ਨੂੰ ਉਹ ਇਲੈਕਸ਼ਨਸ 'ਚ ਕੰਟੈਸਟ ਕਰਾਵੇਗਾ। ਤੇ ਪੰਜਵੀਂ ਡਿਮਾਂਡ ਇਹ ਆ ਕਿ ਜਦੋਂ ਉਹ ਧਰਨਾ ਲਗਾ ਰਹੇ ਸੀਗੇ, ਪੁਲਿਸ ਨੇ ਉਹਨਾਂ ਦੇ ਉੱਤੇ FIR ਵੀ ਬੁੱਕ ਕੀਤੀ ਸੀਗੀ ਤੇ ਕਾਫੀ ਸਾਰੇ ਕੇਸਿਸ ਲਗਾਏ ਸੀਗੇ। ਉਹ ਇਹ ਡਿਮਾਂਡ ਕਰ ਰਹੇ ਨੇ ਕਿ ਸਾਰੀ FIRs ਨਲੀਫਾਈਡ ਕੀਤੀਆਂ ਜਾਣੀ ਚਾਹੀਦੀਆਂ ਨੇ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਇੱਕ ਕ੍ਰਿਮੀਨਲ ਇੱਕ ਪ੍ਰੈਜ਼ੀਡੈਂਟ ਦੀ ਪਦਵੀ 'ਚ ਬੈਠਾ ਹੋਇਆ ਤੇ ਸਾਡੀ ਦੇਸ਼ ਦੀਆਂ ਧੀਆਂ ਨੂੰ ਇੰਨਾ ਕੁਝ ਜਰਨਾ ਪੈ ਰਿਹਾ ਆ। ਔਰ ਅਨਫੋਰਚੂਨੇਟਲੀ ਹਾਲੇ ਵੀ ਕਈ ਲੋਕ ਇਹਨਾਂ ਧੀਆਂ ਨੂੰ ਹੀ ਇਲਜ਼ਾਮ ਲਗਾ ਰਹੇ ਨੇ। ਔਰ ਇਲਜ਼ਾਮ ਵੀ ਬੜੇ ਅਟਪਟੇ ਜਿਹੇ ਨੇ ਕਿ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ। ਜੇ ਰੈਸਲਰਸ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਸੀ ਤੇ ਉਹਨਾਂ ਨੇ ਬ੍ਰਿਜ ਭੂਸ਼ਣ ਨੂੰ ਆਪਣੇ ਵਿਆਹ ਸ਼ਾਦੀਆਂ 'ਚ ਕਿਉਂ ਬੁਲਾਇਆ। ਪਰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਵਿਆਹ ਸ਼ਾਦੀਆਂ ਦੇ ਕਾਰਡ ਵੀ ਬ੍ਰਿਜ ਭੂਸ਼ਣ ਜ਼ਬਰਦਸਤੀ ਮੰਗਦਾ ਸੀਗਾ, ਜਿਹਦੇ ਬਾਰੇ ਰੈਸਲਰਸ ਨੇ ਖੁਦ ਬਿਆਨ ਦਿੱਤੇ ਹੋਏ ਨੇ। ਔਰ ਤੀਜਾ ਕਿ ਰੈਸਲਰਸ ਪ੍ਰੋਟੈਸਟ ਦੇ ਉੱਤੇ ਰਾਜਨੀਤੀ ਕਿਉਂ ਹੋ ਰਹੀ ਹੈ। ਡੈਫੀਨੇਟਲੀ ਕੋਈ ਪੋਲੀਟੀਕਲ ਕਨਸਪੀਰੈਂਸੀ ਹੈ ਆਪੋਜੀਸ਼ਨ ਵੱਲੋਂ। ਇੱਦਾਂ ਦੇ ਬੇਬੁਨਿਆਦ ਕਲੇਮਸ ਕੀਤੇ ਜਾ ਰਹੇ ਨੇ, ਜਿਹਦੇ ਉੱਤੇ ਰੈਸਲਰਸ ਨੇ ਇਹ ਵੀ ਕਿਹਾ ਕਿ ਇਹ ਦੇਸ਼ ਦਾ ਮਸਲਾ ਆ ਤੇ ਇਹ 'ਚ ਰਾਜਨੀਤੀ ਹੋਣਾ ਕੋਈ ਬੁਰੀ ਗੱਲ ਨਹੀਂ ਆ। ਔਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਰੈਸਲਰਸ ਪ੍ਰੋਟੈਸਟ ਦੇ ਉੱਤੇ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ, ਕਿਉਂ ਆਪੋਜੀਸ਼ਨ ਦੀ ਪੋਲੀਟੀਕਲ ਪਾਰਟੀਜ਼ ਇਨਵੋਲਵਡ ਨੇ। ਸ਼ਾਇਦ ਇਹ ਪੋਲੀਟੀਕਲ ਕਨਸਪੀਰੈਂਸੀ ਹੈ ਰੂਲਿੰਗ ਗਵਰਨਮੈਂਟ ਦੇ ਉੱਤੇ। ਪਰ ਇਹ ਗੱਲ ਸਾਡੇ ਸਾਰਿਆਂ ਲਈ ਸਮਝਣੀ ਬੜੀ ਜ਼ਰੂਰੀ ਹੈ। ਇਹ ਸਾਰੀ ਦੇਸ਼ ਦੀਆਂ ਧੀਆਂ ਨੇ ਤੇ ਸਾਰੇ ਦੇਸ਼ ਦਾ ਮੁੱਦਾ ਆ ਤੇ ਇਹਦੇ 'ਤੇ ਰਾਜਨੀਤੀ ਹੋਣੀ ਵਾਜਬ ਆ। ਇੰਨੇ ਇੰਪੋਰਟੈਂਟ ਮਸਲਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਏਗੀ ਤੇ ਹੋਰ ਕਿਹਦੇ ਉੱਤੇ ਹੋਏਗੀ। ਅਸੀਂ ਉਮੀਦ ਕਰਦੇ ਹਾਂ ਗਵਰਨਮੈਂਟ ਇਸ ਚੀਜ਼ ਦਾ ਜਲਦੀ ਤੋਂ ਜਲਦੀ ਹੱਲ ਕੱਢੇਗੀ ਤੇ ਇਹਨਾਂ ਰੈਸਲਰਸ ਨੂੰ ਰਿਲੀਫ ਮਿਲੇਗੀ, ਕਿਉਂਕਿ ਕੱਲ ਨੂੰ ਸਾਡੀ ਆਪਣੀਆਂ ਧੀਆਂ ਭੈਣਾਂ ਵੀ ਇਸ ਸਿਚੁਏਸ਼ਨ 'ਚ ਹੋ ਸਕਦੀਆਂ ਨੇ। ਤੇ ਅਸੀਂ ਉਮੀਦ ਕਰਦੇ ਹਾਂ ਸਾਡਾ ਦੇਸ਼ ਇੱਕ ਸੇਫ ਹੈਵਨ ਬਣ ਸਕੇ ਸਾਡੀਆਂ ਧੀਆਂ ਲਈ, ਬੱਚਿਆਂ ਲਈ, ਭੈਣਾਂ ਲਈ ਤੇ ਮਾਵਾਂ ਲਈ। ਅਸੀਂ ਇਸੇ ਤਰ੍ਹਾਂ ਹੀ ਵੈਲ ਇਨਫੋਰਮਡ ਰਹਿ ਕੇ ਆਪਣੀ ਧੀਆਂ ਭੈਣਾਂ ਦਾ ਸਾਥ ਦੇ ਸਕਦੇ ਹਾਂ ਤੇ ਆਵਾਜ਼ ਬੁਲੰਦ ਕਰ ਸਕਦੇ ਹਾਂ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਉਹ ਇਕੱਲੀਆਂ ਨਹੀਂ ਖੜੀਆਂ
ਉਹਨਾਂ ਦੇ ਸਾਰੇ ਭੈਣ ਭਰਾ ਨਾਲ ਖੜੇ ਨੇ। ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਤੇ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਕਿੱਦਾਂ ਦੀ ਵੀਡੀਓਜ਼ ਦੇਖਣਾ ਚਾਹੋਗੇ। ਦੇਖਣ ਲਈ ਬਹੁਤ ਬਹੁਤ ਥੈਂਕ ਯੂ।